टीवी NRI देख रहे हो तुसी ते मैं हाँ तुहाडे नाल ही ना ईवनिंग बुलेटिन दे विच एक बार फिर तो तुहाडे सारिਆਂ ਦਾ स्वागत है। खबरां दी शुरुआत करदे हां कुछ खास खबरां दे नाल। अमृतसर तो 13 लाख दी ठगी मार के प्यो पुत होए गायब, लोकां 'च रोस। जम्मू कश्मीर 'च अतवादी टिकाने दा पर्दाफाश, 147 राइफल दे नाल 5 होर हथियार बरामद। रूपनगर 'च किसानां ने केंद्र सरकार खिलाफ कड्डी भड़ास, जम के किता धरना प्रदर्शन। पंजाब सरकार दा वैक्सीन वेचण नूं लै विरोध करन वाले बीजेपी वर्करां नूं लिया गया पुलिस हिरासत 'च। अमृतसर भाजपा दे मुख दफ्तर दे बाहर किसान जथेबंदियां ने 3 खेती सुधार कानूनां दीआं कॉपियां साड़ के किता विरोध प्रदर्शन। आओ नज़र मार लैंदे हां कुछ विस्तार दे नाल इन्हां खबरां ते। सब तो पहलां गल करांगे अमृतसर दी, जिथे एक प्यो अते पुत दोनों ही लोकां नूं अपनी ठगी दा शिकार बनाउंदे सन, पर हुण ਇਹ फरार दस्से जा रहे ने। दस्सिया जा रहा है कि लड़के दा नाम ਸਾਹਿਲ अग्रवाल सी अते अपने पिता दे नाल मिल के लोकां नूं ठगी दा शिकार बनाउंदा सी। ਵਪਾਰੀ ਸਾਹਿਲ ਅਗਰਵਾਲ ਤੇ ਉਸਦੇ ਪਿਤਾ ਹੱਥੋਂ 13 ਲੱਖ ਦੀ ਠੱਗੀ ਦਾ ਸ਼ਿਕਾਰ ਹੋਏ ਅੰਮ੍ਰਿਤਸਰ ਦੇ ਲੋਕਾਂ ਨੇ ਇਨਸਾਫ ਦੀ ਮੰਗ ਲਈ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਦਫ਼ਤਰ ਪਹੁੰਚ ਰਿਸ਼ਭ ਮਲਹੋਤਰਾ ਨੂੰ ਸੌਂਪਿਆ। ਲੋਕਾਂ ਨੇ ਦੱਸਿਆ ਕਿ ਸਾਹਿਲ ਵੱਲੋਂ ਕਰਿਆਨੇ ਦਾ ਸਮਾਨ ਲਿਆ ਜਾਂਦਾ ਸੀ ਤੇ ਹੌਲੀ-ਹੌਲੀ ਉਧਾਰ ਇੰਨਾ ਵੱਧ ਗਿਆ ਕਿ ਉਸ ਦੀ ਰਕਮ 13 ਲੱਖ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਸਾਹਿਲ ਤੇ ਉਸ ਦਾ ਪਿਤਾ ਦੋਵੇਂ ਘਰ ਨੂੰ ਤਾਲਾ ਲਗਾ ਕੇ ਕਿਤੇ ਫਰਾਰ ਹੋ ਗਏ ਨੇ। ਉੱਥੇ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇੱਕ ਧਿਰ ਸਾਹਿਲ ਦੀ ਸ਼ਿਕਾਇਤ ਲੈ ਕੇ ਕਮਿਸ਼ਨਰ ਦਫ਼ਤਰ ਪਹੁੰਚਿਆ ਤਾਂ ਉੱਥੇ ਹੋਰ ਵੀ ਲੋਕ ਪਹੁੰਚ ਗਏ ਸੀ ਜੋ ਵੀ ਸਾਹਿਲ ਦੀ ਠੱਗੀ ਦਾ ਸ਼ਿਕਾਰ ਹੋਏ ਸਨ। ਮਲਹੋਤਰਾ ਜੀ ਠੀਕ ਹੈ, ਜਿਨ੍ਹਾਂ ਨਾਲ ਲਗਭਗ 13 ਲੱਖ ਦੀ ਠੱਗੀ ਵੱਜੀ ਹੈ। ਥੋੜਾ ਥੱਲੇ ਕਰਿਓ। ਜਿਨ੍ਹਾਂ ਨਾਲ 13 ਲੱਖ ਸਮਥਿੰਗ ਦੀ ਠੱਗੀ ਵੱਜੀ ਹੈ। ਇਹ ਉਹ ਸ਼ਖਸ ਹੈ ਸਾਹਿਲ ਅਗਰਵਾਲ ਤੇ ਇਹਦੇ ਪਿਤਾ ਨੇ ਲਗਭਗ ਲੋਕਾਂ ਕੋਲ ਕਰੋੜਾਂ ਦੀ ਠੱਗੀਆਂ ਮਾਰੀਆਂ ਨੇ। ਜਿਹੜੇ ਸਾਹਿਲ ਅਗਰਵਾਲ ਨੇ ਉਹ ਇਸ ਵੇਲੇ ਫਰਾਰ ਚੱਲ ਰਹੇ ਨੇ, ਮਿਲ ਨਹੀਂ ਰਹੇ, ਕਿਤੇ ਵੀ ਕਰਨਾ ਕਿਸੇ ਦਾ ਫੋਨ ਚੁੱਕ ਰਹੇ ਨੇ। ਆਪਾਂ ਆਪਣੇ ਕਲਾਇੰਟ ਦੇ ਬਿਹਾਫ ਤੇ ਐਪਲੀਕੇਸ਼ਨ ਦੇਣ ਆਏ ਆ। ਇੱਥੇ ਆਉਣ ਤੇ ਸਾਨੂੰ ਪਤਾ ਲੱਗਾ ਕਿ ਮਤਲਬ ਉਹਨਾਂ ਨੇ ਸਾਡੇ ਕਲਾਇੰਟ ਕੋਈ ਨਹੀਂ, ਲਗਭਗ ਲੋਕਾਂ ਕੋਲ 5-7 ਕਰੋੜ ਦੀ ਠੱਗੀ ਮਾਰੀ ਹੈ ਤੇ ਫਰਾਰ ਨੇ। ਉਹਦੇ ਰਹਿਣ ਵਾਲੇ ਭਾਜੀ ਜੀ ਇਹ ਜੁਝਾਰ ਸਿੰਘ ਐਵਨਿਊ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਜਿਹੜੀ ਦੁਕਾਨ ਹੈ ਚੌਂਕ ਫਰੀਦ ਹੈ, ਅਗਰਵਾਲ ਜਨਰਲ ਸਟੋਰ ਹੈ ਤੇ ਨਾਲ ਇੱਕ ਬਾਂਕੇ ਬਿਹਾਰੀ ਟ੍ਰੇਡਰਸ ਹੈ। ਸਰ ਆਪਾਂ ਕਿੱਥੇ ਆਏ ਨੇ, ਕੀ ਇਹ ਆਸ਼ਵਾਸਨ ਦਿੱਤਾ ਗਿਆ ਜੀ? ਅਸੀਂ ਜੀ ਕਮਿਸ਼ਨਰ ਸਾਹਿਬ ਦੇ ਸਾਹਮਣੇ ਪੇਸ਼ ਹੋਣ ਆਏ ਹਾਂ ਤੇ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਇਹਨਾਂ ਦੇ ਉੱਤੇ 420 ਦਾ ਪਰਚਾ ਕੀਤਾ ਜਾਵੇ, ਠੀਕ ਹੈ ਜੀ। ਤੇ ਨਾਲ ਇਹਨਾਂ ਦੀ ਜ਼ਮੀਨ ਜੋ ਵੀ ਹੈ ਇਹਨਾਂ ਦਾ ਦੁਕਾਨ ਹੈ ਉਸ ਦੀ ਕੁਰਕੀ ਕੀਤੀ ਜਾਵੇ, ਨਾਲ ਅਟੈਚ ਕੀਤੀ ਜਾਵੇ ਤੇ ਉਹਨੂੰ ਕੁਰਕੀ ਕਰਕੇ ਜੋ ਲੋਕਾਂ ਦਾ ਬੰਦਾ ਪੈਸਾ ਉਹ ਦਿੱਤਾ ਜਾਵੇ। ਇਹਨਾਂ ਦੇ ਘਰ ਗਏ ਦੇਖੋ ਜੀ ਇਹ ਸਾਡੇ ਕਲਾਇੰਟ ਗਏ ਸੀ ਲੇਕਿਨ ਘਰ ਵੀ ਬੰਦ ਹੈ। ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਾ ਕਿ ਲੋਕੀ ਹੋਰ ਵੀ ਪੈਸੇ ਮੰਗਣ ਆ ਰਹੇ ਨੇ, ਲੇਕਿਨ ਘਰ ਤੋਂ 15 ਤੋਂ 20 ਦਿਨ ਹੋ ਗਏ ਨੇ ਫਰਾਰ ਹੈ। 10 ਸਾਲ ਤੋਂ ਵਪਾਰੀ ਸਾਡੇ ਨਾਲ ਰਿਲੇਸ਼ਨ ਰਿਹਾ ਹੈਗਾ ਤੇ ਪਿਛਲੇ 3-4 ਸਾਲਾਂ ਦੇ ਵਿੱਚ ਸਾਡੇ ਨਾਲ ਕੋਈ ਲੈਣ ਦੇਣ ਚੱਲ ਰਿਹਾ ਹੈਗਾ ਜੀ। ਸਾਡਾ ਬਿਜ਼ਨਸ ਦੇ ਵਿੱਚ ਕੋਈ ਮਾਲ ਆਉਣ ਜਾਣ ਡਿਆ, ਅਸੀਂ ਮਾਲ ਵੀ ਲੈਂਦੇ ਹਾਂ ਤੋਂ ਮਾਲ ਦਿੰਦੇ ਵੀ ਹਾਂ। ਉਸ ਤੋਂ ਬਾਅਦ ਕਿਸ਼ਤੀ ਪੈਸਿਆਂ ਦਾ ਵੀ ਸਾਫ ਸੀ। ਸਾਡੇ ਮੇਰੇ ਕਰੰਟ ਅਕਾਊਂਟ 'ਚ ਵੀ ਇਹਨੂੰ ਐਂਟਰੀ ਗਈ ਹੈ, ਇਹ ਵੀ ਸਾਰੇ ਪੈਸੇ ਦੀ 23 ਫਰਵਰੀ ਨੂੰ ਜਦੋਂ ਐਂਟਰੀ ਗਈ ਹੈ। ਉਸ ਤੋਂ ਬਾਅਦ ਇਹਨੇ ਸਾਡੇ ਜਿਹੜੇ ਪੈਸੇ ਹੈਗੇ ਆ ਬਸ ਦੇ ਰਹੇ ਆ ਜੀ। ਲੋਕਡਾਊਨ ਲੱਗ ਗਿਆ ਜੀ, ਬਸ ਇਸੇ ਤਰ੍ਹਾਂ ਕਰਦਾ ਰਿਹਾ ਵਾ ਤੇ ਇਸ ਤੋਂ ਬਾਅਦ ਇਹਨੇ ਸਾਡੇ ਜਿਹੜੇ ਹੈਗੇ ਪੈਸੇ ਨਹੀਂ। ਮਤਲਬ ਤੁਹਾਡੇ ਪੁਰਾਣੇ ਤਾਲੁਕਾਤ ਇਹਦੇ ਨਾਲ ਬਿਜ਼ਨਸ ਸਾਡੇ ਪੁਰਾਣੇ ਤਾਲੁਕਾਤ ਉਹਦੀ ਲੱਗੀ ਫੋਰਮ ਮੈਂ 40 ਸਾਲ ਤੋਂ ਪਿਛਲੇ ਕੰਮ ਕਰ ਰਹੇ ਪੁਲਿਸ ਦੇ ਜੋਨ ਦੇ ਵਿੱਚ ਇਹਦੇ ਫਾਦਰ ਸਾਹਿਬ। ਹੁਣ ਤੁਸੀਂ ਸੀਪੀ ਸਾਹਿਬ ਦਫ਼ਤਰ ਆਏ ਜੇ, ਕੀ ਮੰਗ ਕਰਦੇ ਜੀ? ਅਸੀਂ ਸੀਪੀ ਸਾਹਿਬ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਹਿਸਾਬ ਦਿਵਾਇਆ ਜਾਵੇ, ਇਹ ਲੜਕੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਾਡੇ ਪੈਸੇ ਜਿਹੜੇ ਹੈਗੇ ਆ ਸਾਡੇ ਸਾਰਿਆਂ ਦੇ ਰੁਪਏ ਜਿਹੜੇ ਹੈਗੇ ਵਾਪਸ ਕਰੋ। ਤੁਹਾਡੇ ਕਿੰਨੇ ਪੈਸੇ ਆ? ਸਾਡੇ 13 ਲੱਖ ਰੁਪਏ। ਕੋਈ ਆਪਣੇ ਨੂੰ ਕੇਸ ਵੀ ਦਰਜ ਕੀਤਾ ਗਿਆ? ਕੋਈ ਹਜੇ ਤੇ ਸਿਰਫ ਆਪਾਂ ਆਪਣੇ ਵੱਲੋਂ ਕਾਰਵਾਈ ਕਰਨ ਆਏ ਹਾਂ ਪ੍ਰਿੰਸੀਪਲ ਸਾਹਿਬ ਦੇ ਆਫਿਸ। ਇਸ ਤੋਂ ਬਾਅਦ ਅਸੀਂ ਮੁਕੱਦਮਾ ਤੇ ਦਰਜ ਕਰ ਰਹੇ ਹਾਂ ਜੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ। ਧੰਨਵਾਦ ਜੀ। 420 ਦਾ ਅਸੀਂ ਇੱਥੇ ਪਤਾ ਕਰਾ। ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ ਤਾਂ TV NRI। रुक करते हैं अगली खबर वाल नूं। जम्मू कश्मीर दे विच अतवादी टिकाने दा पर्दाफाश किया गया है। दस दे कि इत्थों AK-47 राइफल अते होर भी कई हथियार बरामद किए गए ने। जम्मू कश्मीर के राजौरी जिले के मनियाग इलाके च सुरक्षा फोर्सां ने एक अतवादी टिकाने का पर्दाफाश करके उत्थों एक AK-47 राइफल समेत 5 हथियार अते कुछ होर चीज़ां बरामद कीतियां ने। यह जानकारी अधिकारियों ने दी है। उन्होंने दस्सिया कि भारतीय फौज ते पुलिस ने थाना मंडी ते आजमताबाद खेतर के उचाई वाले इलाकों च शक्की गतिविधियों की जानकारी मिलने तो बाद मनियाग, डाना अते कोपरा च तलाशी मुहिम शुरू की सी। अधिकारी ने दस्सिया कि मुहिम दौरान संयुक्त दल ने मनियाल च एक
ਟਿਕਾਣੇ ਦਾ ਪਰਦਾਫਾਸ਼ ਕੀਤਾ ਤੇ 4 ਪਿਸਤੌਲ ਦੇ ਨਾਲ 8 ਮੈਗਜ਼ੀਨ ਅਤੇ 105 ਗੋਲੀਆਂ ਬਰਾਮਦ ਕੀਤੀਆਂ ਨੇ। ਇਸ ਤੋਂ ਇਲਾਵਾ ਇੱਕ AK-47 ਰਾਈਫਲ, 2 ਮੈਗਜ਼ੀਨ ਅਤੇ 54 ਗੋਲੀਆਂ ਅਤੇ ਰੱਸੀ ਬਰਾਮਦ ਹੋਈ ਹੈ। ਇਸ ਸਬੰਧ 'ਚ ਇੱਕ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। On June 3, a joint coordinate search operation was launched on the basis of reliable input. The joint operation was launched by 48 RR of the Indian Army and Jammu and Kashmir Police. The area of the coordinate search was the general area Azmatabad. During the coordinate search operation, a dump of arms and ammunition was discovered. इस डंप में जो हमने असला बरामद किया है उसमें 4 पिस्टल, 8 मैगज़ीन, 105 राउंड पिस्टल के, एक AK-47, 2 मैगज़ीन और 54 राउंड्स बरामद किए हैं। एज़ पर आर इनिशियल इन्वेस्टिगेशन हमें ये लगता है कि ये असला रिसेंटली ड्रॉप किया हुआ था इस एरिया में एंड इट वाज मेंट फॉर ट्रांसमिशन अक्रॉस टू कश्मीर वैली फॉर यूज़ इन सबवर्सिव एक्टिविटीज़। इस सिलसिले में FIR पुलिस स्टेशन थाना मंडी में दर्ज किया गया है अंडर सेक्शंस 1820 ऑफ अनलॉफुल एक्टिविटीज़ एक्ट, 121 एंड 120B IPC एंड 727 ऑफ द आर्म्स एक्ट। फर्दर इन्वेस्टिगेशन इस केस में जारी है। मैम, जिस तरह से आपने ड्रॉप का जिक्र किया, क्या ये ड्रोन ड्रॉपिंग मान के चल सकते हैं? एट द मोमेंट दैट कैन नॉट बी रूल्ड आउट। हमने साथ में कुछ पैकेजिंग मटेरियल भी रिकवर किया है। दिस इज सब्जेक्ट मैटर ऑफ फर्दर इन्वेस्टिगेशन, आगे चल के क्लियर हो जाएगा। ਆਫਤਾਬ ਅਹਿਮਦ ਮੀਰ ਦੀ ਰਿਪੋਰਟ ਦੇ ਨਾਲ ਦੀ TV NRI। ਆਓ ਤੁਹਾਨੂੰ ਲੈ ਚੱਲਦੇ ਹਾਂ ਰੂਪਨਗਰ ਦੇ ਵਿੱਚ, ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸਦੇ ਕਿ ਅੱਜ ਕਿਸਾਨਾਂ ਦੇ ਵੱਲੋਂ ਕ੍ਰਾਂਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਦੇ ਤਹਿਤ ਹੀ ਰੂਪਨਗਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਇੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੁਝ ਤਸਵੀਰਾਂ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉੱਤੇ ਸੰਪੂਰਨ ਕ੍ਰਾਂਤੀ ਦਿਵਸ ਮਨਾਉਂਦੇ ਹੋਏ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦੇ ਰੂਪਨਗਰ ਦੇ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਆਓ ਜਾਣਦੇ ਹਾਂ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦਾ ਕੀ ਕਹਿਣਾ ਹੈ। ਬਲਜੀਤ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜਨਰਲ ਸਕੱਤਰ ਰੋਪੜ ਬਲਾਕ। ਹਾਂਜੀ ਗਿੱਲ ਸਾਹਿਬ, ਅੱਜ ਜੋ ਇੱਥੇ ਕਾਪੀਆਂ ਫੂਕ ਰਹੇ ਹੋ, ਇਹ ਕਿਆ ਕਾਰਨ ਹੈ ਜੀ ਇਸ ਦਾ? ਇੱਥੇ ਦੇਖੋ, ਅੱਜ ਜਿਹੜੀ ਸਾਨੂੰ ਸੰਯੁਕਤ ਕਿਸਾਨਾਂ ਦੀ ਮੋਰਚੇ ਦੀ ਕਾਲ ਆਈ ਸੀ ਵੀ ਅੱਜ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾਰੇ ਆਲ ਪੰਜਾਬ 'ਚ ਫੂਕੀਆਂ ਜਾਣੀਆਂ, ਆਲ ਓਵਰ ਇੰਡੀਆ ਦੇ ਵਿੱਚ। ਇਹ 6 ਮਹੀਨੇ ਹੋ ਗਏ, 6 ਮਹੀਨੇ ਤੋਂ ਵੀ ਉੱਪਰ ਹੋ ਗਏ। ਸਾਡੀ ਨਾ ਸੂਬਾ ਸਰਕਾਰ ਨੇ ਨਾ ਕਿਸੇ ਸੈਂਟਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਇਹ ਅੱਜ ਪਹਿਲੀ ਵਾਰ ਨਹੀਂ ਅਸੀਂ ਕਾਪੀਆਂ ਫੂਕ ਰਹੇ। ਲੋਹੜੀ ਦੇ ਤਿਉਹਾਰਾਂ 'ਤੇ ਵੀ ਕਾਪੀਆਂ ਫੂਕੀਆਂ ਗਈਆਂ, ਉਹ ਤੋਂ ਪਹਿਲਾਂ ਵੀ ਫੂਕੀਆਂ ਗਈਆਂ, ਵਿੱਚ ਵੀ ਫੂਕੀਆਂ ਗਈਆਂ। ਅੱਜ ਫੇਰ ਅਸੀਂ ਵਿਰੋਧ ਦਰਜ ਕਰਾਉਣ ਆਏ ਹਾਂ ਕਿ ਸੈਂਟਰ ਸਰਕਾਰ ਜਿੰਨਾ ਤੱਕ ਇਹ ਕਾਨੂੰਨ ਰੱਦ ਨਹੀਂ ਕਰਦੀ ਉਸ ਤੱਕ ਇਹ ਐਕਟੀਵਿਟੀ ਚੱਲਦੀ ਰਹੂਗੀ। ਸਰ, ਅੱਜ ਆਪਾਂ ਜੋ 32 ਜਥੇਬੰਦੀਆਂ ਦਿੱਲੀ ਤੋਂ ਸੰਯੁਕਤ ਕਿਸਾਨ ਮੋਰਚੇ ਤੋਂ ਕਾਲ ਸੀਗੀ ਕਿ ਕ੍ਰਾਂਤੀ ਦਿਵਸ ਆਪਾਂ ਮਨਾਉਣਾ ਹੈ, ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਕਾਲੇ ਤਿੰਨੇ ਕਾਨੂੰਨ ਜਿਹੜੇ ਮੋਦੀ BJP ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਧੱਕੇ ਦੇ ਨਾਲ ਥੋਪੇ ਜਾ ਰਹੇ ਆ, ਉਹਨਾਂ ਦਾ ਆਪਾਂ ਵਿਰੋਧ ਕਰਦੇ ਹੋਏ ਅੱਜ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਅਤੇ ਇੱਥੇ ਇਕੱਠ ਕਰਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਜਿਹੜੇ ਮਾੜੇ ਪ੍ਰਭਾਵ ਕਿਰਤੀ ਕਿਸਾਨ ਲੋਕ, ਜਿਸ 'ਚ ਆਪਾਂ ਮਜ਼ਦੂਰਾਂ ਨੂੰ ਵੀ ਕਹਿ ਸਕਦੇ ਹਾਂ, ਛੋਟੇ ਵਪਾਰੀ ਹੋ ਗਏ ਜਾਂ ਆਪਣੇ ਕਿਸਾਨ ਭਰਾ ਹੋ ਗਏ, ਉਹਨਾਂ ਦੇ ਬਾਰੇ ਆਪਾਂ ਉਹਨਾਂ ਨੂੰ ਜਾਣੂ ਕਰਵਾ ਕੇ ਅੱਜ ਵਿਰੋਧ ਦੇ ਵਿੱਚ ਕਾਪੀਆਂ ਸਾੜਾਂਗੇ। ਇਹ ਜਿਹੜਾ ਪ੍ਰੋਗਰਾਮ ਅੱਜ ਕਰਾ ਰਹੇ ਆ, ਸਾਡੇ ਸੰਯੁਕਤ ਮੋਰਚੇ ਦਿੱਲੀ ਵੱਲੋਂ ਕਾਲ ਸੀਗੀ। ਅੱਜ ਜਿਹੜੀ ਹੈਗੀ 5 ਤਰੀਕ ਨੂੰ 1 ਸਾਲ ਹੋ ਗਿਆ ਜਿਹੜੇ ਕਾਲੇ ਕਾਨੂੰਨਾਂ ਦੇ ਆਰਡੀਨੈਂਸ ਆਏ ਸੀਗੇ, ਜਿਹੜੀ ਮੋਦੀ ਸਰਕਾਰ ਲਿਆਈ ਸੀ, ਤਾਨਾਸ਼ਾਹੀ ਸਰਕਾਰ ਲਿਆਈ ਸੀਗੀ। ਤੇ ਉਹਦੇ ਸੰਬੰਧ ਵਿੱਚ ਜਿਹੜੀ ਸੰਯੁਕਤ ਮੋਰਚੇ ਦੀ ਕਾਲ ਆਊ, ਅੱਜ ਅਸੀਂ ਇੱਥੇ ਇਕੱਠ ਕੀਤਾ ਹੋਇਆ। ਅਸੀਂ ਜਿਹੜੇ ਆਪਣੇ ਆਰਡੀਨੈਂਸ ਦੀਆਂ ਕਾਪੀਆਂ, ਜਿਹੜਾ ਹੁਣ ਕਿ ਕਾਨੂੰਨ ਬਣ ਚੁੱਕਿਆ, ਉਹਦੀਆਂ ਕਾਪੀਆਂ ਨੂੰ ਫੂਕਾਂਗੇ ਤੇ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ। ਤੇ ਜਿਹੜੇ ਸ਼ਹਿਰੀ ਲੋਕ ਹੈਗੇ ਆ ਜਾਂ ਆਮ ਲੋਕਾਂ ਨੂੰ ਅਸੀਂ ਅਵੇਅਰ ਕਰਾਂਗੇ। ਅੱਜ ਉਹਨਾਂ ਦੇ ਦੱਸਾਂਗੇ ਉਹਨਾਂ ਬਾਰੇ ਜਿਹੜੀ ਮਤਲਬ ਤਾਨਾਸ਼ਾਹੀ ਸਰਕਾਰ ਦੀਆਂ
ਕਿਆ ਨਾਕਾਮੀਆਂ ਹੈਗੀਆਂ। ਸੋ ਇਸ ਕਰਕੇ ਅੱਜ ਅਸੀਂ ਇੱਥੇ ਜਿਹੜਾ ਬੇਲੇ ਚੌਂਕ ਦਾ ਰੱਖਿਆ, ਜਿਵੇਂ ਸਾਡੇ ਜ਼ਿਲ੍ਹੇ 'ਚ 7 ਜਥੇਬੰਦੀਆਂ ਲਗਭਗ ਕੰਮ ਕਰਦੀਆਂ, ਉਹਦਾ ਅਸੀਂ ਸਾਂਝੀਆਂ ਜਥੇਬੰਦੀਆਂ ਹੋ ਕੇ ਇਕੱਠਾ ਕੰਮ ਕਰ ਰਹੀਆਂ। ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਜਿਹੜਾ ਸਾਡਾ ਦਿੱਲੀ ਸੰਘਰਸ਼ ਚੱਲਦਾ, ਉਹ ਜਥੇਬੰਦੀਆਂ ਵੱਲੋਂ ਕਿਸਾਨ ਮੋਰਚੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਵੀ ਸਾਡੇ ਸੰਘਰਸ਼ ਚੱਲਦੇ ਨੂੰ ਸਾਲ ਹੋ ਗਿਆ ਔਰ ਇਸੇ ਦਿਨ ਇਹਨਾਂ ਨੇ ਆਰਡੀਨੈਂਸ ਪਾਸ ਕਰੇ ਸੀਗੇ। ਉਹਦੇ ਲਈ ਅੱਜ ਅਸੀਂ ਵਿਰੋਧ ਵਿੱਚ ਹਰ ਇੱਕ ਜ਼ਿਲ੍ਹੇ ਬਲਾਕ ਵਿੱਚ ਜਿਹੜੇ ਕਾਨੂੰਨ ਬਣੇ ਆ ਉਹਨਾਂ ਦੀਆਂ ਅਸੀਂ ਜਿਹੜੀਆਂ ਕਾਪੀਆਂ ਉਹ ਸਾੜ ਰਹੇ ਆ ਔਰ ਆਪਣਾ ਰੋਸ ਜ਼ਾਹਰ ਕਰ ਰਹੇ ਆ। ਜਿਹੜੀ ਕਿ ਮੋਦੀ ਸਰਕਾਰ ਇੱਕ ਢੀਠ ਬਣੀ ਹੋਈ ਆ, 6 ਮਹੀਨੇ ਤੋਂ ਉੱਪਰ ਹੋ ਗਏ ਕਿਸਾਨਾਂ ਨੂੰ ਵਾਟਰ ਬਾਕੀ ਦਿੱਲੀ ਦੇ ਆਲੇ ਦੁਆਲੇ ਬਾਗਲਾਂ ਦੇ ਬੈਠਿਆਂ ਨੂੰ, ਪਰ ਉਹ ਗੱਲ ਕਰਨ ਲਈ ਤਿਆਰ ਨਹੀਂ ਹੈ। ਉਹਦਾ ਜਿਹੜਾ ਢੀਠਪਣ ਆ ਉਹਨੂੰ ਜਗਾਉਣ ਲਈ ਔਰ ਇਹਦੇ ਨਾਲ ਲੋਕਾਂ ਇਹ ਵੀ ਦੱਸਣ ਲਈ ਆ ਕਿ ਜਿਹੜੇ ਲੋਕ ਬਾਰਡਰ ਪਰ ਬੈਠੇ ਆ ਜਾਂ ਪਿੱਛੇ ਆ ਉਹ ਸੁਸਤ ਨਹੀਂ ਹੋਏ ਹੈਗੇ, ਉਹ ਆਪਣੀ ਲੜਾਈ ਦੇ ਮੁਤਾਬਕ ਉਸ ਤਰ੍ਹਾਂ ਹੀ ਸੰਸੀਅਰ ਨੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ ਦੇ ਨਾਲ ਦਿੱਤੀ ਵੀਐਨਆਰ। ਬਠਿੰਡਾ ਦੇ ਵਿੱਚ ਅੱਜ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਵੈਕਸੀਨ ਵੇਚਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਪੁਲਿਸ ਦੇ ਵੱਲੋਂ ਇਹਨਾਂ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਬਠਿੰਡਾ ਦੇ ਫਾਇਰ ਬ੍ਰਿਗੇਡ ਚੌਕ ਵਿਖੇ ਬੀਜੇਪੀ ਯੁਵਾ ਮੋਰਚਾ ਵੱਲੋਂ ਪੰਜਾਬ ਸਰਕਾਰ ਖਿਲਾਫ ਵੈਕਸੀਨ ਵੇਚਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ, ਜਿਸ ਤੋਂ ਪਹਿਲਾਂ ਹੀ ਬੀਜੇਪੀ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਲੇਕਿਨ ਇਸ ਗੱਲ ਦਾ ਪਤਾ ਚੱਲਦੇ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੀ ਮੌਕੇ ਤੇ ਪਹੁੰਚ ਗਈ ਅਤੇ ਬੀਜੇਪੀ ਦਾ ਵਿਰੋਧ ਕੀਤਾ ਗਿਆ। ਉੱਥੇ ਇਸ ਬਾਰੇ ਬੋਲਦੇ ਹੋਏ ਬੀਜੇਪੀ ਨੇਤਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਜੋ ਕਿ ਸ਼ਰੇਆਮ ਧੱਕੇਸ਼ਾਹੀ ਹੈ। ਹੋਰ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਬੰਦ ਕਰੋ, ਭਾਈ ਵੇਚਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਅੱਜ ਕੀ ਪ੍ਰੋਗਰਾਮ ਸੀ ਤੁਹਾਡਾ? ਅੱਜ ਕੀ ਪ੍ਰੋਗਰਾਮ? ਕੁਛ ਨਹੀਂ ਜੀ, ਸਿੰਪਲ ਅਸੀਂ ਇੱਕ ਪ੍ਰੋਟੈਸਟ ਰੱਖਿਆ ਸੀ ਕਿ ਜੋ ਪੰਜਾਬ ਸਰਕਾਰ ਸਾਡੀਆਂ ਵੈਕਸੀਨ ਵੇਚ ਰਹੀ ਹੈ ਉਹਦੇ ਖਿਲਾਫ ਇੱਕ ਪਾਸੇ ਦਾ ਕਿਸਾਨ ਯੂਨੀਅਨ ਦੇ 50,000 ਬੰਦੇ ਬੈਠੇ ਆ ਤੇ ਦੂਜੇ ਪਾਸੇ ਸਾਨੂੰ 10 ਜਣੇ ਨੂੰ ਵੀ ਅਰੈਸਟ ਕਰਦੇ ਪਏ ਆ। ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ। ਉੱਥੇ ਇਸ ਬਾਰੇ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਮੋਨੂ ਸਿੰਘ ਕੋਟਰਾ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਕਿਤੇ ਵੀ ਕੋਈ ਵੀ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ। ਹੋਰ ਉਹਨਾਂ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਅੱਜ ਜੀ ਸਾਡਾ ਰੱਖਿਆ ਵਾ ਸੀਗਾ ਭਾਜਪਾ ਦੇ ਦਫ਼ਤਰਾਂ ਮੂਹਰੇ, ਜਾਂ ਜਿਹੜਾ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਦੇ ਕਾਲੇ ਕਾਪੀਆਂ, ਜਿਹੜੇ ਕਾਲੇ ਕਾਨੂੰਨਾਂ ਦੇ ਕਾਪੀਆਂ ਉਹ ਸਾੜਦੀਆਂ ਸੀ, ਕਿਉਂਕਿ ਅੱਜ ਸਾਲ ਹੋ ਗਿਆ ਕਾਲੇ ਕਾਨੂੰਨ ਪਾਸ ਕਰਨ ਨੂੰ। 5 ਜੂਨ ਨੂੰ ਕਰੇ ਸੀ ਇਹਨਾਂ ਨੇ, ਇਸ ਕਰਕੇ ਉਹਦਾ ਵਿਰੋਧ ਕਰ ਰਹੇ ਸੀ। ਸਾਨੂੰ ਜਦੋਂ ਭਿਣਕ ਪਈ ਵੀ ਇਹ ਬਠਿੰਡੇ ਦੇ ਵਿੱਚ ਮੁਜ਼ਾਹਰਾ ਕਰ ਰਹੇ, ਡਰਾਮਾ ਕਰ ਰਹੇ ਹੈ, ਕਿਉਂਕਿ ਇਸ ਦਾ ਡਰਾਮਾ ਕਹੇ ਕਹਿੰਦੇ ਵੈਕਸੀਨ ਵੇਚਤੀ ਪੰਜਾਬ ਸਰਕਾਰ ਨੇ ਵੀ ਤੁਸੀਂ ਸਾਰਾ ਦੇਸ਼ ਹੀ ਵੇਚਤਾ। ਤੁਸੀਂ ਉਹਦੇ ਦੇ ਗੱਪ ਮਾਰ ਲੱਗੇ ਹੋ ਵੀ 15 ਲੱਖ ਪਾਵਾਂਗੇ ਖਾਤਿਆਂ 'ਚ, 1500 ਦਾ ਸਿਲੰਡਰ ਦੇ ਕੇ ਲੋਕਾਂ ਨੂੰ ਵਰਿਆਉਣ ਲੱਗੇ ਹੋਏ ਹੋ, ਇਹੋ ਜਿਹਾ ਕਰਤੂਤਾ ਕਰਨ ਲੱਗੇ ਹੋ, ਡਰਾਮੇ ਕਰਨ ਲੱਗੇ ਹੋ। ਅੱਜ ਇਸ ਬਠਿੰਡੇ ਜ਼ਿਲ੍ਹੇ 'ਚ ਅਸੀਂ ਡਰਾਮਾ ਨਹੀਂ ਕਰਨ ਦੇਵਾਂਗੇ, ਸਾਡੇ ਜੋ ਮਰਜ਼ੀ ਬੀਤੇ, ਕਿਉਂਕਿ ਜਦੋਂ ਸਾਨੂੰ ਪਤਾ ਲੱਗੇ ਵੀ ਇੱਥੇ ਮੁਜ਼ਾਹਰਾ ਕਰਨਗੇ, ਡਰਾਮਾ ਕਰਨਗੇ, ਉਹ ਡਰਾਮੇ ਦੇ ਵਿਰੋਧ ਅਸੀਂ ਇਕੱਠੇ ਹੋ ਕੇ ਅੱਜ ਜਿਹੜਾ ਪੁੱਚੋ ਵਾਲਾ ਮਿੰਟ ਹੈ ਉਹਦੇ ਜਾਣਾ ਸੀਗਾ, ਕਾਲੇ ਕਾਨੂੰਨ ਦੇ ਕਾਪੀਆਂ ਸਾੜਨੀਆਂ ਸੀ। ਅੱਜ ਉੱਧਰ ਜਿਹੜੇ ਮੌੜ ਬਲਾਕ ਹੈ, ਤਲਵੰਡੀ ਬਲਾਕ ਹੈ, ਜਾਂ ਇਹ ਨਥਾਣਾ ਬਲਾਕ ਹੈ, ਉਹਦੇ ਉਹ ਸਾੜਨਗੇ। ਅਸੀਂ ਇੱਥੇ ਬਠਿੰਡੇ ਦੇ ਵਿੱਚ ਆਏ ਹਾਂ, ਬਠਿੰਡਾ ਬਲਾਕ ਤੇ ਰਾਮਪੁਰਾ ਬਲਾਕ ਤੇ ਫੂਲ ਬਲਾਕ, ਅਸੀਂ ਇਹਨਾਂ ਦੇ ਆਹ ਵਿਰੋਧ ਕਰਾਂਗੇ। ਕਿਤੇ ਵੀ ਇਹ ਮੁਜ਼ਾਹਰਾ ਕਰਦੇ ਆ, ਕਿਤੇ ਵੀ ਡਰਾਮਾ ਕਰਦੇ, ਵਿਰੋਧ ਕਰਾਂਗੇ। ਕਿਤੇ ਨਹੀਂ ਇਹ ਮੁਜ਼ਾਹਰਾ ਹੁਣ ਇਹਨਾਂ ਨੂੰ ਅੰਦਰੋਂ ਨਹੀਂ ਨਿਕਲਣ ਦਿੰਦੇ, ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਜਿੰਨਾ ਚਿਰ ਇਹ ਮੋਦੀ ਦੇ ਗਲ ਪੈਣ ਵੀ ਇਹਨੂੰ ਵਾਪਸ ਲਓ। ਅੰਮ੍ਰਿਤਸਰ ਤੋਂ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਰੂਪਨਗਰ ਤੋਂ ਸਾਹਮਣੇ ਆਈਆਂ ਸੀ, ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਹੈ। ਜੀ ਹਾਂ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਬੀਜੇਪੀ ਦੇ ਮੁੱਖ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਅੰਮ੍ਰਿਤਸਰ ਤੋਂ ਲਾਈਵ ਤਸਵੀਰਾਂ ਦਿਖਾ ਦਿੰਦੇ ਹਾਂ। ਸਰਕਾਰਾਂ ਕਰਦੀਆਂ ਕੀ, ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਮੋਦੀ ਸਰਕਾਰ ਮੁਰਦਾਬਾਦ, ਦੇਸ਼ ਦੇ ਲੋਕਾਂ
ਕਿਸਾਨ ਜਥੇਬੰਦੀਆਂ ਨੂੰ ਪਿਛਲੇ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਦਿੱਲੀ ਬਾਰਡਰਾਂ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਦਿਆਂ, ਪਰ ਇਸ ਦੇ ਬਾਵਜੂਦ ਵੀ ਖੇਤੀ ਬਿੱਲਾਂ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ, ਜਿਸ ਦੇ ਵਿਰੋਧ ਦੇ ਚੱਲਦਿਆਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਕਾਲ ਦਿੱਤੀ ਗਈ ਸੀ। ਪੂਰੇ ਪੰਜਾਬ ਵਿੱਚ ਖੇਤੀ ਸੁਧਾਰ ਕਿਸਾਨੀ ਬਿੱਲਾਂ ਦੀਆਂ ਕਾਪੀਆਂ ਸਾੜਨ ਦੀ ਕਾਲ ਆਈ ਸੀ, ਜਿਸ ਦੇ ਚੱਲਦੇ ਅੰਮ੍ਰਿਤਸਰ ਭਾਜਪਾ ਦਫ਼ਤਰ ਦੇ ਬਾਹਰ ਤੇ ਅੰਮ੍ਰਿਤਸਰ ਦੇ ਵੱਖ-ਵੱਖ ਜਗ੍ਹਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਸੁਧਾਰ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਬਾਰਡਰ ਤੇ ਬੈਠਿਆਂ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਕੇਂਦਰ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਉਹਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਜਗ੍ਹਾਵਾਂ ਤੇ ਭਾਜਪਾ ਦੇ ਮੁੱਖ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਤਿੰਨੇ ਖੇਤੀ ਸੁਧਾਰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ। ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਭਾਜਪਾ ਦਫ਼ਤਰ ਦੇ ਮੂਹਰੇ ਜਿਹੜਾ ਵਾ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਇਹ ਵਿਰੋਧ ਪ੍ਰਦਰਸ਼ਨ ਕਰਕੇ ਅੱਜ ਮੰਗ ਕਰ ਰਹੇ ਵੀ ਆ ਜਿਹੜਾ ਬਿੱਲ ਆ ਖੇਤੀ ਕਾਲੇ ਕਾਨੂੰਨ ਆ ਬਿਲਕੁਲ ਜਿਹੜੇ ਕਿਸਾਨ ਵਿਰੋਧੀ ਆ, ਦੇਸ਼ ਦੇ ਲੋਕਾਂ ਦੇ ਵਿਰੋਧੀ ਆ। ਇਹ ਕਾਰਪੋਰੇਟਾਂ ਦੇ ਪੱਖ ਪੂਰਨ ਵਾਸਤੇ ਜਿਹੜਾ ਸਰਕਾਰ ਨੇ ਲਿਆਂਦੇ ਆ ਤੇ ਇਹਨੂੰ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਵਾ ਇਹ ਰੱਦ ਕਰਨਾ ਚਾਹੀਦਾ ਵਾ, ਕਿਉਂਕਿ ਇਹ ਰੱਦ ਕੀਤਿਆਂ ਤੋਂ ਬਗੈਰ ਦੇਸ਼ ਦੀ ਕਿਸਾਨੀ ਜਿਹੜੀ ਉਹ ਨਹੀਂ ਬਚ ਸਕਦੀ। ਇਹ ਕਿਉਂਕਿ 100% ਇਹਦੀਆਂ ਮੱਦਾਂ ਜਿਹੜੀਆਂ ਵਾ ਕਿਸਾਨ ਮਜ਼ਦੂਰ ਤੇ ਦੇਸ਼ ਦੇ ਲੋਕਾਂ ਦੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨ ਦੀ ਜਿਹੜੀ ਪੂਰੀ ਇਹ ਹਮਾਇਤ ਕਰਦੀਆਂ ਵਾ ਤੇ ਦੇਸ਼ ਕਿਸਾਨਾਂ ਦੀ ਜਿਹੜੀ ਆ ਫਸਲ ਆ ਉਹਨਾਂ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਲੁੱਟ ਕਰਨ ਵਾਸਤੇ ਪੂੰਜੀਪਤੀਆਂ ਨੂੰ ਖੁੱਲ੍ਹ ਦਿੰਦੀਆਂ ਵਾ। ਸਾਡੀ ਮੰਡੀ ਜਿਹੜੀ ਆ ਸਰਕਾਰੀ ਆ ਉਹ ਪੂਰੀ ਤਰ੍ਹਾਂ ਇਹਨਾਂ ਬਿੱਲਾਂ ਦੇ ਲਾਗੂ ਹੋਣ ਦੇ ਨਾਲ ਟੁੱਟ ਜਾਊਗੀ। ਪ੍ਰਾਈਵੇਟ ਘਰਾਣੇ ਆਣ ਕੇ ਸਾਡੀਆਂ ਸਸਤਾ ਅਨਾਜ ਖਰੀਦਣਗੇ। ਪੂਰੀ ਤਰ੍ਹਾਂ ਦੇਸ਼ ਨੂੰ ਜਿਹੜਾ ਵਾ ਤਬਾਹੀ ਦੇ ਕੰਢੇ ਤੇ ਲੈ ਆਂਦਾ ਜਾਊਗਾ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰ ਦਿੱਤਾ ਜਾਊਗਾ। ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਕਾਲੇ ਕਾਨੂੰਨ ਜਿਹੜੇ ਆ ਇਹਨਾਂ ਨੂੰ ਫੌਰਨ ਜਿਹੜਾ ਵਾ ਇਹ ਰੱਦ ਕੀਤਾ ਜਾਵੇ, ਜਿਹਦੇ ਖਿਲਾਫ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ। 5 ਜੂਨ ਨੂੰ ਜਿਹੜਾ ਇਹ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਨੇ ਬਿੱਲ ਲਾਗੂ ਕੀਤੇ, ਅੱਜ ਪੂਰਾ 1 ਸਾਲ ਹੋ ਗਿਆ। 1 ਸਾਲ ਹੋਣ ਤੇ ਅੱਜ ਅਸੀਂ ਇਹ ਫਿਰ ਭਾਜਪਾ ਦੇ ਦਫ਼ਤਰਾਂ ਦੇ ਘਰਾਂ ਦੇ ਮੂਹਰੇ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਵਾ ਕਾਪੀਆਂ ਸਾੜ ਕੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਵਾ ਉਹ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਪਤਾ ਵੀ ਇਹ ਦੇਸ਼ ਦੇ ਲੋਕਾਂ ਦਾ ਬਹੁਤ ਵੱਡਾ ਇਹਦੇ ਨਾਲ ਨੁਕਸਾਨ ਹੋਣ ਵਾਲਾ ਵਾ। ਪੂਰੀ ਤਰ੍ਹਾਂ ਜਿਹੜੀ ਆ ਸਾਡੀ ਤਬਾਹੀ ਆ। ਕਾਰਪੋਰੇਟ ਜਿਹੜੇ ਆ ਸਾਡੀਆਂ ਜ਼ਮੀਨਾਂ ਤੇ ਸਾਡੀਆਂ ਮੰਡੀਆਂ ਦੇ ਕਾਬਜ਼ ਹੋ ਜਾਣਗੇ ਤੇ ਮਹਿੰਗਾਈ ਜਿਹੜੀ ਆ ਛੜੱਪੇ ਮਾਰ ਕੇ ਜਿਹੜੀ ਆ ਵੱਧ ਜਾਊਗੀ। ਲੋਕਾਂ ਦੀ ਪਹੁੰਚ ਤੋਂ ਜਿਹੜਾ ਅਨਾਜ ਆ ਜਿਹੜਾ ਦੂਰ ਹੋ ਜਾਊਗਾ। ਇਸ ਕਰਕੇ ਬਿੱਲ ਜਿਹੜੇ ਆ ਬਿਲਕੁਲ ਕਾਲੇ ਆ ਤੇ 100% ਹੀ ਜਿਹੜੇ ਆ ਉਹ ਕਾਲੇ ਆ। ਦੇਖੋ ਅੱਜ ਪੂਰੇ ਦੇਸ਼ ਦੇ ਵਿੱਚ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ, ਕਰੋੜਾਂ ਕਿਸਾਨ ਮਜ਼ਦੂਰ, ਭਾਜਪਾ ਦੇ ਦਫ਼ਤਰ ਹੋ ਗਏ, MLA MP ਜਾਂ ਮੰਤਰੀਆਂ ਦੇ ਘਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਕੋਈ 1 ਸਾਲ ਪੂਰਾ ਹੋ ਗਿਆ। ਅਸੀਂ ਵੀ ਅੰਮ੍ਰਿਤਸਰ ਅੱਜ ਖੰਨਾ ਸਮਾਰਕ ਅੰਮ੍ਰਿਤਸਰ ਵੱਡਾ ਭਾਜਪਾ ਦਫ਼ਤਰ ਇੱਥੇ ਆ ਕੇ ਬੈਠੇ ਹਾਂ। ਕੁਛ ਰੈਲੀ ਚਲਾਉਣ ਤੋਂ ਬਾਅਦ ਜਿਹੜਾ ਵਾ ਇੱਥੇ ਕਾਪੀਆਂ ਸਾੜੀਆਂ ਜਾਣਗੀਆਂ। ਤਾਂ ਇਹ ਸਾਡੇ ਪ੍ਰੋਗਰਾਮ ਹੈਗੇ ਆ। ਸਰਕਾਰ ਪਿਛਲੇ ਲੰਮੇ ਸਮੇਂ ਤੋਂ ਅੰਦੋਲਨ ਨੂੰ ਬਦਨਾਮ ਕਰਨ ਦੀ ਬਜਾਏ ਕਰੋਨਾ ਦੇ ਨਾਂ ਤੇ ਜਾਂ ਖਾਲਿਸਤਾਨੀ, ਨਕਸਲੀ, ਪਾਕਿਸਤਾਨ ਵਾਲੇ, ਚੀਨ ਵਾਲੇ ਬਥੇਰਾ ਕੁਝ ਸਾਨੂੰ ਬੋਲਿਆ ਜਾ ਰਿਹਾ। ਅੰਦੋਲਨ ਨੂੰ ਤਾਰ ਪੀਟੋ ਕਰਨ ਦਾ ਯਤਨ ਕਰ ਰਹੀ ਆ, ਬਸ਼ਰਤੇ ਕਿ ਕਿਸਾਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ, ਅੰਨਦਾਤਾ ਦੀ ਆਵਾਜ਼ ਦਾ ਸਨਮਾਨ ਕੀਤਾ ਜਾਵੇ, ਲੋਕਤੰਤਰ ਦਾ ਸਨਮਾਨ ਕੀਤਾ ਜਾਵੇ। ਕੋਈ ਵੀ ਤੁਸੀਂ ਚੀਜ਼ ਲੈ ਕੇ ਆਉਂਦੇ ਜੇ, ਲੋਕ ਉਹਨੂੰ ਚੰਗਾ ਨਹੀਂ ਸਮਝਦੇ, ਆਵਾਜ਼ ਚੁੱਕਦੇ, ਤੁਹਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ। ਸਰਕਾਰ ਨੂੰ ਲੱਗਦਾ ਵੀ ਅੰਦੋਲਨ ਲੰਬਾ ਚਲਾ ਕੇ ਜਾਂ ਇਹ ਤੋਂ ਗਾਹਾਂ ਆਪਾਂ ਅੰਦੋਲਨ ਵਿੱਚ ਕੋਈ ਫੁੱਟ ਪਾ ਕੇ ਜਾਂ ਇਹਨਾਂ ਨੂੰ ਹੰਬਾ ਕੇ ਥਕਾ ਕੇ ਇਹਨਾਂ ਨੂੰ ਠਾਲਣ ਵਿੱਚ ਕਾਮਯਾਬ ਹੋਵਾਂਗੇ। ਇਹ ਕਦੀ ਵੀ ਨਹੀਂ ਹੋਊਗਾ। ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਜਿਹੜਾ ਵਾ ਖੇਤੀ ਕਾਨੂੰਨ ਰੱਦ ਨਹੀਂ ਕਰਾਉਂਦੇ। ਲੇਕਿਨ ਕੇਂਦਰ ਨਾਲ ਕੋਈ ਵੀ ਗੱਲਬਾਤ ਨਹੀਂ ਹਜੇ ਦੁਬਾਰਾ ਜਿਹੜੀ ਹੋ ਪਾ ਰਹੀ। 22 ਜਨਵਰੀ ਤੋਂ ਬਾਅਦ ਅੱਜ ਤੱਕ ਕੋਈ ਗੱਲ ਨਹੀਂ ਹੋਈ। ਕਿਸਾਨ ਉਦਾਂ ਹੀ ਸੜਕਾਂ ਤੇ ਬੈਠੇ ਆ। ਕਿਉਂ ਨਹੀਂ? ਸਹੀ ਗੱਲ ਆ। ਇਹ ਕੇਂਦਰ ਹੁਣ ਗੱਲ ਹੀ ਨਹੀਂ ਕਰਨਾ ਚਾਹੁੰਦਾ। ਉਹਨਾਂ ਦੀ ਨੀਅਤ ਤੇ ਨੀਤ ਖੋਟੀ ਆ। ਉਹ ਸਿਰਫ ਪ੍ਰੈਸ ਵਿੱਚ ਇਹ ਮੁੱਦੇ ਨੂੰ ਉਛਾਲਣਾ ਚਾਹੁੰਦੇ ਨੇ ਜਾਂ ਐਂ ਵਿਖਾਉਣਾ ਚਾਹੁੰਦੇ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ, ਜਿਹੜਾ ਹਿੱਸਾ ਅਣਜਾਣ ਆ, ਕਿ ਅਸੀਂ ਗੱਲਬਾਤ ਲਈ ਬਹੁਤ ਸੀਰੀਅਸ ਆ। ਹਕੀਕਤ ਵਿੱਚ ਉਹ ਹੈ ਨਹੀਂਗੇ। ਅਸਲ ਵਿੱਚ ਸਰਕਾਰ ਦਾ ਸੱਦਾ ਆਵੇ, ਕਿਸਾਨ ਆਗੂ ਨਾ ਜਾਣ, ਫਿਰ ਤਾਂ ਉਹਨਾਂ ਦੀ ਵਾਜਬ ਗੱਲ ਹੈਗੀ। ਅਸੀਂ ਗੱਲਬਾਤ ਲਈ ਤਿਆਰ ਆ। ਕਰਨੀ ਆ ਕਿ ਨਹੀਂ ਕਰਨੀ, ਇਹ ਕੇਂਦਰ ਦੀ ਆਪਦੀ ਇੱਛਾ ਹੈ। ਲੇਕਿਨ ਕਰੋਨਾ ਦਾ ਬੜਾ ਰੌਲਾ ਚੱਲ ਰਿਹਾ ਤੁਹਾਡੇ ਵੱਲੋਂ, ਹੁਣ ਇਕੱਠ ਕੀਤਾ ਜਾ ਰਿਹਾ। ਅਗਰ ਕਰੋਨਾ ਕਰਕੇ ਤੁਹਾਨੂੰ ਵੋਟ ਪਾਉਂਦੇ ਇੱਥੋਂ ਤੇ ਅਸੀਂ ਸਾਫ਼ ਕਹਿੰਦੇ ਆ ਕਿ ਭਾਈ ਕੇਂਦਰ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਕਾਨੂੰਨ ਲੈ ਕੇ ਆਂਦੇ। ਕਰੋਨਾ ਵਿੱਚ ਸੱਚ ਪਤਾ ਸੀ ਵੀ ਜਦੋਂ ਕਾਨੂੰਨ ਲਿਆਉਣੇ ਆ ਤੇ ਇਹ ਅੰਦੋਲਨ ਕਰਨਗੇ। ਜੇ ਕਰੋਨਾ ਵਾਲੇ ਮਸਲੇ ਤੇ ਇੰਨੀ ਫਿਕਰਮੰਦ ਆ ਸਰਕਾਰ, ਤਾਂ ਕਾਨੂੰਨ ਰੱਦ ਕਰਾ ਦੇਵੇ। ਅਸੀਂ ਨਹੀਂ ਕਰਦੇ ਅੰਦੋਲਨ। ਮਰਦਾ ਫਿਰ ਕੀ ਨਹੀਂ ਕਰਦਾ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ, ਦ ਟੀਵੀ NRI। ਸੋ ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ ਟੀਵੀ NRI ਦੇ ਨਾਲ।